अस्सलाम वालेकुम, सत श्री अकाल, प्रणाम दोस्तों। साड़ी अज की जी वीडियो ये यूट्यूब हिस्टरी की एक मुनफरद यूनीक किस्म की वीडियो है, क्योंकि इस दे विच तुसीं देखोगे कि पाकिस्तान और इंडिया का बार्डर जिहड़ा उहदे विच बिल्कुल नालों जिहड़ी खह के सड़क लंघदी है, असीं उहदा विजिट किया और सानू एक ऐसा एहसास होया जिहड़ा जिंदगी शायद इस तो पहले कदे ना होया होवे। मेरे ख्याल कोई भी बंदा जिहड़ा इस नज़ारे नूं वेखेगा, उहदी एक्साइटमेंट, उहदा अंदर दा एक जोश जज्बा वो मैं समझना कि बयान तो बाहर होएगा। इस करके कि कदे ये जिहड़ियां चीज़ां सीगियां सांझियां हुंदियां सीगियां। इत्थे जिमीदार जिहड़े लोग जिमीदारा करन आंदे सी, एक दूसरे को चीज़ां भी लै दे लैंदे सीगे, लेकिन फिर वक्त की मार पई। ये जिहड़ियां गल्लां बातां सी तारां लगण तो बाद जिहड़ियां ये मुनकता हो गईयां। फिर मेल मिलाप लैन देन गलबात जिहड़ी कर लैंदे सी वो भी मुमकिन नहीं रही। लिहाजा ये वीडियो नूं तुसीं बिल्कुल गौर दे नाल एंड तक देखना आ। और तुसीं जिहड़ा भी बंदा पहली बारी जिहने बार्डर नहीं देखा, वो एक अजीब किस्म का उहदे ते सहर तारी हो जाएगा इस वीडियो नूं देखण तो बाद। ਇਹ ਜਿਹੜੀ ਰੇਲਵੇ ਲਾਈਨ ਆ ਜੀ, ਇਹ ਦੱਸਦੇ ਆ ਕਿ ਇਹ ਸਿੱਧੀ ਇੰਡੀਆ ਜਾਂਦੀ ਆ। ਇਹ ਕਿਸੇ ਵਕਤ ਦੇ ਵਿੱਚ ਵਰਕਰ ਦੇ ਵਿੱਚ ਸੀ ਵਾਘਾ ਰੇਲਵੇ ਤੋਂ ਇੰਡੀਆ ਜਾਂਦੀ ਆ, ਲੇਕਿਨ ਹੁਣ ਇਹ ਕਾਫੀ ਟਾਈਮ ਤੋਂ ਮੇਰੇ ਖਿਆਲ ਬੰਦ ਆ ਜੀ। ਇਹਦਾ ਜਿਹੜਾ ਇਹ ਲਹਿੰਦਾ ਪਾਸਾ, ਦੂਸਰਾ ਚੜ੍ਹਦਾ ਪਾਸਾ, BRB ਬਹੁਤ ਆਪਣਾ ਪਿੱਛੋਂ ਬੰਬਾਂ ਵਾਲੇ ਤੋਂ ਨਿਕਲਦੀ ਆ, ਰਾਵੀ ਦੇ ਉੱਤੋਂ ਦੀ ਹੋ ਕੇ ਸਿੱਧੀ ਬੇਦੀਆਂ ਤੋਂ ਇੱਕ ਨਹਿਰ ਜਿਹੜੀ ਆ ਉਹ ਚਲੇ ਜਾਂਦੀ ਆ ਲਲਿਆਣੀ ਵਾਲੀ ਸਾਈਡ ਨੂੰ, ਔਰ ਦੂਸਰੀ ਕਸੂਰ ਦੇ ਇਲਾਕੇ ਨੂੰ ਅੱਗੇ ਨਿਕਲ ਜਾਂਦੀ ਆ ਸਤਲੁਜ ਵੱਲੇ, ਇਹ ਉਹਨਾਂ ਨੂੰ ਪਾਣੀ ਦਿੰਦੇ। ਸੋ ਇਹ BRB ਦਾ ਪੁਲ ਖਹਿਰਿਆਂ ਵਾਲਾ ਪੁਲ ਹੈ। ਇਹ ਜਿਹੜਾ ਚੌਕ ਅੱਗੇ ਆ ਰਿਹਾ ਜੀ, ਇਹਨੂੰ ਕੀ ਕਹਿੰਦੇ ਆ? ਖਹਿਰਿਆਂ ਵਾਲਾ ਪੁਲ। ਇਹ ਖਹਿਰਿਆਂ ਵਾਲਾ ਪੁਲ ਹੈ? ਹਾਂਜੀ ਹਾਂਜੀ। क्या बात है जी, खूबसूरती बहुत अरूज ते है, बहुत ज़बरदस्त माहौल। सरदाई दी दुकान इत्थे मौजूद, आल पाकिस्तान सरदाई देखो चौक दी सब तो बड़ी वजह कि किड्डी मतलब ठंडी जगह है। छोटी जी एक मस्जिद बनी हुई है ਤੇ ਇਹ ਜਿਹੜਾ ਸਾਹਮਣੇ ਪਿੰਡ ਆਉਂਦਾ, बोर्ड बहुत पुराना ਰਾਣਾ ਸਾਹਿਬ। ਇਹ ਬੋਰਡ ਵੀ ਮੈਨੂੰ ਲੱਗਦਾ ਕਿ 47 ਤੋਂ ਪਹਿਲਾਂ ਦਾ ਹੀ ਜਿਹੜਾ ਡੇਰਾ ਆਉਂਦਾ ਨਾ ਅੱਗੇ, ਹਾਂਜੀ ਹਾਂਜੀ। ਇਹ ਸਾਡੇ ਇਲਾਕੇ ਦਾ ਬਹੁਤ ਨਾਮਵਰ MPA ਮਤਲਬ ਗੁਲਾਮ ਹਬੀਬ ਆਵਾਨ। ਅੱਛਾ ਜੀ। ਉਹਨਾਂ ਦਾ ਡੇਰਾ, ਔਰ ਉਹ ਪਹਿਲਾਂ MNA ਮਤਲਬ 2 ਸਾਲ ਤੀਸਰੀ ਵਾਰੀ MPA ਬਣ ਗਿਆ। ਵਾਹ ਜੀ ਵਾਹ, ਇਹਦਾ ਮਤਲਬ ਕਿ ਇਲਾਕੇ ਵਾਲਿਆਂ ਲਈ ਕੰਮ ਚੰਗਾ ਕਰਦਾ ਹੈ। ਮਲਕ ਕਦੀਰ ਆਵਾਨ ਦਾ ਭਰਾ ਛੋਟਾ, ਅੱਛਾ, ਤੇ ਮਲਕ ਗੁਲਾਮ ਹਬੀਬ ਆਵਾਨ ਇਹ ਇਲਾਕੇ ਦੀ ਬਹੁਤ ਹੀ ਪਰਸਨਲ ਔਰ ਫੇਵਰਟ ਸ਼ਖਸੀਅਤ ਹੈ, ਔਰ ਇਸਨੇ ਇਲਾਕੇ ਦੇ ਵਿੱਚ ਬਹੁਤ ਕੰਮ ਕਰਵਾਏ ਨੇ। ਅੱਛਾ। ਭਾਈ ਗੁਲਾਮ ਹੋਰ ਇਹਨਾਂ ਦੇ ਵੱਡੇ ਭਾਈ ਤਹਿਸੀਲਦਾਰ ਸਨ, ਔਰ ਇਹ ਮਲਕ ਅਬਦੁਲ ਕਦੀਰ ਆਵਾਨ ਉਹਨਾਂ ਦੇ ਭਾਈ ਨੇ, ਮਲਕ ਗੁਲਾਮ ਹਬੀਬ ਆਵਾਨ, ਔਰ ਇਹਨਾਂ ਦੇ ਵਾਲਿਦ ਸਾਹਿਬ ਮਲਕ ਸ਼ਾਹ ਮੁਹੰਮਦ ਆਵਾਨ। ਬਹੁਤ ਨਾਂ ਕਮਾਇਆ ਉਹਨਾਂ ਨੇ, ਔਰ ਮਲਕ ਸ਼ਾਹ ਮੁਹੰਮਦ ਆਵਾਨ ਇੱਕ ਸਾਡੇ ਇਲਾਕੇ ਦੀ ਬਹੁਤ ਮੰਨੀ ਪਰਮੰਨੀ ਸ਼ਖਸੀਅਤ ਹਸਤੀ ਸੀ, ਔਰ ਉਹਨਾਂ ਨੇ ਆਪਣਾ ਜ਼ਿਲ੍ਹਾ ਕੌਂਸਲ ਦੇ ਮੈਂਬਰ ਵੀ ਰਹੇ। ਅੱਛਾ। ਅੱਗੇ ਗੁਲਾਮ ਹਬੀਬ ਆਵਾਨ ਜਿਹੜੇ ਨੇ ਉਹ MPA MLA ਦਾ ਇਲੈਕਸ਼ਨ ਲੜ ਕੇ, ਤੇ ਉਹਨਾਂ ਨੇ ਮਲਕ ਕਦੀਰ ਆਵਾਨ ਦਾ ਡੇਰਾ ਔਰ ਮਲਕ ਗੁਲਾਮ ਸਾਰੀ ਜ਼ਮੀਨ ਵਾੜੇ ਦੀ ਉਹਨਾਂ ਦੀ ਮਲਕਾਂ ਦੀ। ਬਹੁਤ ਹੀ ਕਮਾਲ ਦੇ ਬੰਦੇ ਨੇ, ਔਰ ਉਹਨਾਂ ਨੇ ਬੜੇ ਅੱਛੇ ਕੰਮ ਕੀਤੇ। ਸਹੀ। ਦੇਖੋ ਜੀ, ਜਿਹੜਾ ਬੰਦਾ ਚੰਗੇ ਕੰਮ ਕਰਦਾ ਉਹਨਾਂ ਦਾ ਜ਼ਿਕਰ ਵੀ ਚੰਗੇ ਲਫ਼ਜ਼ਾਂ ਨਾਲ ਹੀ ਹੁੰਦਾ ਆ, ਤੇ ਤੁਸੀਂ ਜਿੰਨੀ ਮੇਰੇ ਖਿਆਲ ਤਾਰੀਫ ਕੀਤੀ ਆ, ਇਹ ਤੋਂ ਸਾਫ਼ ਜ਼ਾਹਰ ਆ ਕਿ ਇਹ ਜਿਹੜਾ ਤਾਰੀਫ ਦੇ ਕਾਬਲ ਆ ਲੋਕ, ਇਹਨਾਂ ਨੇ ਕੰਮ ਕੀਤਾ, ਤੇ ਤੁਹਾਡੇ ਮੂੰਹ 'ਚੋਂ ਇੰਨੀ ਅੱਛੀ ਤਾਰੀਫ ਹੋਈ ਆ। ਬਾਕੀ ਜੀ ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ, ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਵੀ ਚੀਜ਼ਾਂ ਨਹੀਂ ਦੇਖੀਆਂ, ਜਿਵੇਂ ਕਿ ਅੱਜ ਅਸੀਂ ਪਹਿਲੀ ਵਾਰੀ ਇਸ ਏਰੀਏ ਵਿੱਚ ਆਏ, ਔਰ ਇਹ ਚੀਜ਼ਾਂ ਜਿਹੜੀਆਂ ਸਾਨੂੰ ਅੱਜ ਤੋਂ ਪਹਿਲੇ ਦੇਖਣ ਨੂੰ ਨਹੀਂ ਮਿਲੀਆਂ ਸੀ। ਇਹ ਵਾੜਾ ਇਹਨੂੰ ਨਾ ਸ਼ਾਹੂ ਤਾਊ ਦਾ ਵਾੜਾ ਕਹਿੰਦੇ ਨੇ, ਸ਼ਾਹ ਮੁਹੰਮਦ ਉਹਦਾ ਵਾੜਾ। ਠੀਕ ਹੈ। ਸ਼ਾਹ ਮੁਹੰਮਦ ਜਿਹੜਾ ਤਾਹ ਮੁਹੰਮਦ ਸੀ ਉਹਦਾ ਤਾਇਆ ਸੀ। ਠੀਕ ਹੈ ਜੀ। ਤੇ ਜਿਹੜਾ ਤਾਹ ਮੁਹੰਮਦ ਦੀ ਔਲਾਦ ਕੋਈ ਨਹੀਂ, ਸ਼ਾਹ ਮੁਹੰਮਦ ਦੀ ਔਲਾਦ ਹੈ। ਤੇ ਦੋਵੇਂ ਭਰਾ ਜਿਹੜੇ ਸ਼ਾਹ ਮੁਹੰਮਦ ਸੀ ਇਹ ਜ਼ਿਲ੍ਹਾ ਕੌਂਸਲ ਦਾ ਹੈਗਾ ਸੀ, ਆਪਣਾ ਮੈਂਬਰ ਸੀ। ਠੀਕ ਹੈ। ਤੇ ਇਹ ਮਲਕ ਕਦੀਰ ਆਵਾਨ ਦਾ ਡੇਰਾ, ਇਹ ਜਿਹੜਾ ਕਿ ਆ ਗਿਆ ਬੜਾ ਸੋਸ਼ਲ ਵਰਕਰ ਬੰਦਾ ਮਲਕ ਕਦੀਰ। ਦੇਖੋ ਜੀ, ਬੜਾ ਸਾਦਾ ਡੇਰਾ ਤੇ ਸੋਹਣਾ ਡੇਰਾ, ਬੋਰਡ ਲੱਗਾ, ਦੇਖੋ ਡੇਰੇਦਾਰੀ ਪੂਰੀ ਵਾਕਈ ਨਜ਼ਰ ਆ ਰਹੀ ਹੈ ਜੀ ਇੱਥੇ। ਮਤਲਬ ਗੁਲਾਮ ਹਬੀਬ ਆਵਾਨ। ਦੋਸਤੋ, ਇਹ ਜਿਹੜੇ ਅਸੀਂ ਰਸਤੇ ਦੇ ਨਾਲ ਜਾ ਰਹੇ ਹਾਂ, ਇਹ ਤੁਹਾਨੂੰ ਦੂਸਰੀ ਸਾਈਡ ਤੇ ਨਾਲਾ ਇੱਕ ਨਜ਼ਰ ਆ ਰਿਹਾ, ਇਹ ਸੇਮ ਨਾਲਾ, ਇਹ ਅੰਮ੍ਰਿਤਸਰ ਤੋਂ ਆ ਰਿਹਾ ਜੀ।
ਅੰਮ੍ਰਿਤਸਰ ਤੋਂ ਆਉਂਦਾ ਜੇ ਤੇ ਦਰਿਆ ਰਾਵੀ ਦੇ ਵਿੱਚ ਲਾਹੌਰ ਦੇ ਵਿੱਚ ਆ ਕੇ ਇਹ ਉਹਦੇ ਵਿੱਚ ਡਿੱਗਦਾ ਜੇ। ਇਹਦੇ ਵਿੱਚ ਰਸਤੇ ਦੇ ਵਿੱਚ ਜਿੰਨਾ ਵੀ ਸੇਮ ਦਾ ਪਾਣੀ ਆ, ਔਰ ਦੂਸਰਾ ਅੰਮ੍ਰਿਤਸਰ ਤੋਂ ਜਿਹੜਾ ਪਾਣੀ ਆਉਂਦਾ ਜਾਂ ਆਪਣੇ ਇਸ ਇਲਾਕੇ ਦਾ ਜਿਹੜਾ ਸੇਮ ਦਾ ਪਾਣੀ ਉਹ ਇਸ ਨਾਲੇ ਦੇ ਵਿੱਚ ਪੈ ਕੇ ਤੇ ਸਿੱਧਾ ਦਰਿਆ ਰਾਵੀ ਦੇ ਵਿੱਚ ਜਾ ਕੇ ਡਿੱਗਦਾ ਜੇ। ਇਹਨੂੰ ਸੇਮ ਨਾਲਾ ਕਿਹਾ ਜਾਂਦਾ ਜੀ। ਇਹ ਬਿਲਕੁਲ ਆ ਪੁਲ ਅੱਗੇ ਆ ਗਿਆ ਨਜ਼ਰ ਆ ਰਿਹਾ ਹੋਣਾ ਜੀ ਸੇਮ ਨਾਲੇ ਹਾਂਜੀ, ਦਾ ਇਹ ਸੇਮ ਨਾਲੇ ਦਾ ਪੁਲ ਆ। ਇਹ ਨਾਲਾ ਜਿਹੜਾ ਜੀ ਅੰਮ੍ਰਿਤਸਰ ਤੋਂ ਆ ਰਿਹਾ ਜੀ। ਨਾਜ਼ਰੀਨ, ਇਹ ਬਿਲਕੁਲ ਬਾਰਡਰ ਆ ਜੀ। ਇਹ ਬਿਲਕੁਲ ਬਾਰਡਰ ਆ ਜੀ। ਆ ਸੜਕ ਜਿਹੜੀ ਇਹ ਪਾਕਿਸਤਾਨ ਦੀ ਹਦੂਦ ਆ ਤੇ ਨਾਲ ਜਿਹੜੀ ਤਾਰ ਲੱਗ ਕੇ ਪਾਲੇ ਸਾਈਡ ਤੇ ਖੇਤ ਆ ਇਹ ਇੰਡੀਆ ਦੀ ਹਦੂਦ ਆ। ਬਹੁਤ ਹੀ ਦਿਲਕਸ਼ ਨਜ਼ਾਰਾ ਦੇਖਣ ਨੂੰ, ਕਿਉਂਕਿ ਅਸੀਂ ਤਾਂ ਪਹਿਲੀ ਵਾਰੀ ਇਹ ਦੇਖਿਆ ਇਸ ਤਰ੍ਹਾਂ। ਇਹ ਖੰਭਿਆਂ ਦੀ ਜਿਹੜੀ ਲਾਈਨ ਜਾ ਰਹੀ ਹੈ ਇਹ ਵੀ ਇੰਡੀਆ ਦੀ ਹੈ। ਸਮਝ ਲਓ ਵੀ ਇਹ ਪਾਕਿਸਤਾਨ ਦਾ ਵਾਰਡਾ ਨਹੀਂ, ਇਹ ਇੰਡੀਆ ਦਾ ਜਿਹਨੂੰ ਪਾਕਿਸਤਾਨ ਫਿਰ ਸ਼ੁਰੂ ਹੋ ਗਿਆ ਕਹਿੰਦੇ ਆ। ਤੇ ਇਹ ਜਿਹੜਾ ਤੁਹਾਨੂੰ ਸਾਹਮਣੇ ਪਹਿਲੀ ਵਰਤੀ ਨਜ਼ਰ ਆ ਗਈ ਹੈ, ਇਹ ਜਿਹਦੇ ਵਿੱਚ ਸਟਾਲਾ ਲੱਗਿਆ ਵੀਰੋ, ਇਹ ਪਾਕਿਸਤਾਨ। ਇਹ ਫਿਰ ਪਾਕਿਸਤਾਨ ਆ ਗਿਆ। ਉਹ ਸਾਹਮਣੇ ਇੰਡੀਆ ਦੀਆਂ ਚੌਂਕੀਆਂ ਨਜ਼ਰ ਆ ਰਹੀਆਂ ਤੁਹਾਨੂੰ, ਸ਼ਾਇਦ ਨਜ਼ਰ ਆਉਂਦੀਆਂ। ਅੱਖ ਮੇਂ ਲੱਗ ਇੰਡੀਆ ਚ ਖੰਭੇ ਇੰਡੀਆ, ਖੰਭੇ ਇੰਡੀਆ ਚ। ਇਹ ਜਿਹੜਾ ਤੁਹਾਨੂੰ ਸਕਰੀਨ ਤੇ ਸੂਰਜ ਨਜ਼ਰ ਆ ਰਿਹਾ ਨਾ, ਇਹ ਆਪਣਾ ਮੇਰਾ ਕੈਮਰਾ ਦਾ ਬਲਬ ਚੱਲ ਰਿਹਾ, ਕਿਉਂਕਿ ਅੱਗੇ ਸ਼ੀਸ਼ਾ ਨਾ ਗੱਡੀ ਦਾ ਬੰਦ ਕੀਤਾ, ਇਸ ਕਰਕੇ ਉਹ ਫਿਰ ਬੈਕ ਦੇ ਰਿਹਾ ਜਿੱਦਾਂ ਸੂਰਜ ਸਾਡੇ ਨਾਲ ਜਾ ਰਿਹਾ। ਇਹ ਬਿਲਕੁਲ ਬਾਰਡਰ ਲਾਈਨ ਦੇ ਨਾਲ ਨਾਲ ਜਾ ਰਹੇ ਜੀ। ਅੱਗੋਂ ਕਿਹੜਾ ਪਿੰਡ ਆ ਗਿਆ ਮਾਨ ਸਾਹਿਬ? ਲਲੋ। ਹਾਂ, ਇਹ ਕਿਹੜਾ ਪਾਕਿਸਤਾਨ ਚ ਆ? ਇਹ ਜੱਟਾਂ ਦਾ ਪਿੰਡ ਸਾਰਾ ਇਹ ਜਣੀ ਜੱਟਾਂ ਦਾ ਪਿੰਡ ਪਾਕਿਸਤਾਨ ਚ ਹੀ ਆ ਹਨਾ। 2004 ਚ ਬਣੀ ਸੀ ਉਹ ਗੁੱਡੀ। ਨਹੀਂ, ਇਹ 47 ਬਣੀ ਹੈ ਕਿ ਇਹ ਜਿਹੜੀ ਬਿਜਲੀ ਦੀ ਲਾਈਨ ਜਾ ਰਹੀ ਹੈ ਪਾਕਿਸਤਾਨ ਦੀ ਆ, ਤੇ ਜਿਹੜੀ ਪਿੱਛੇ ਛੱਡ ਕੇ ਆਏ ਸੀਗੇ ਖੇਤਾਂ ਵਿੱਚ ਉਹ ਹੈਗੀ ਸੀ ਇੰਡੀਆ ਸਾਈਡ ਦੀ। ਆ ਪਾਕਿਸਤਾਨ ਦੇ ਜ਼ਿਮੀਂਦਾਰ ਕੰਮ ਕਰ ਰਹੇ ਆ। ਆ ਦੇਖੋ ਇਹ ਬਾਰਡਰ ਦੇ ਪਿੰਡ ਕਿਵੇਂ ਬਲਕਾ ਮਾਰਨ ਦੇ ਬਾਰਡਰ ਦੇ ਪਿੰਡਾਂ ਦੀ ਵੀ ਇੱਕ ਆਪਣੀ ਸਕਾਫਤ ਹੈ। ਬਿਲਕੁਲ ਆਪਣੀ ਸਕਾਫਤ ਆ, ਇਹਨਾਂ ਦੀ ਆਪਣੀ ਜ਼ਿੰਦਗੀ ਆ, ਆਪਣਾ ਲਾਈਫ ਸਟਾਈਲ ਆ। ਬੜੀ ਬੇਫਿਕਰੀ ਦੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਨੇ। ਨਹੀਂ, ਬੇਫਿਕਰੀ ਵਾਲੀ ਨਹੀਂ ਹੈਗੀ ਇਹਨਾਂ ਦੀ ਜ਼ਿੰਦਗੀ। ਨਹੀਂ ਨਹੀਂ, ਬੇਫਿਕਰੀ ਵਾਲੀ ਹੈ। ਹਾਂ, ਆਹ ਹੁੱਕਾ ਰੱਖ ਕੇ ਬੈਠੇ ਆ ਸਾਡੇ ਜ਼ਿਮੀਂਦਾਰ ਦੇ। ਦੇਖ ਲਓ ਜੀ, ਇਹ ਵੀ ਇੱਕ ਦਿਲਕਸ਼ ਨਜ਼ਾਰਾ। ਇਹ ਉਹੀ ਸਾਈਡਾਂ ਦਰਮਿਆਨ 'ਚ ਸੜਕ ਤੇ ਪਾਲੀ ਸਾਈਡ ਤੇ ਜਿਹੜਾ ਇੰਡੀਆ। ਬਹੁਤ ਮਜ਼ੇਦਾਰ ਸੀਨ ਦੇਖਣ ਨੂੰ ਮਿਲ ਰਿਹਾ ਸਾਨੂੰ। ਮੇਰਾ ਖਿਆਲ ਹੈ ਕਿ YouTube ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀਡੀਓ ਪਹਿਲੇ ਨਹੀਂ ਕਿਸੇ ਨੇ ਦੇਖੀ ਹੋਣੀ, ਕਿ ਇਸ ਤਰ੍ਹਾਂ ਇੰਨੀ ਬਰੀਕੀ ਦੇ ਨਾਲ ਵੀਡੀਓ ਬਣਾਈ ਹੋਵੇ। ਇਹ ਦੇਖ ਲਓ ਜੀ, ਇੱਕ ਸਾਈਡ ਤੇ ਇਹ ਜਿਹੜਾ ਪਾਣੀ ਲੱਗਾ ਹੈ ਪਾਕਿਸਤਾਨ ਸਾਈਡ ਆ, ਤੇ ਇੱਧਰਲੀ ਜਿਹੜੀ ਸਾਈਡ ਆ ਇਹ ਇੰਡੀਆ ਸਾਈਡ ਆ। ਮਾਏ ਨੀ ਮੈਂ ਕਿਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨਹੀਂ। ਦੁੱਖਾਂ ਦੀ ਰੋਟੀ ਤੇ ਸੂਲਾਂ ਦਾ ਸਾਲਣ, ਆਹੇ ਨਾ ਬਾਲਣ ਬਾੜਨੀ। ਮਾਏ ਨੀ ਮੈਂ ਕਿਨੂੰ ਆਖਾਂ, ਦਰਦ ਵਿਛੋੜੇ ਦਾ ਹਾਲ ਨਹੀਂ। ਇਹਨਾਂ ਤਾਰਾਂ ਵੱਲੇ ਵੇਖ ਕੇ ਇੰਜ ਨਹੀਂ ਲੱਗਦਾ ਕਿ ਜਿਵੇਂ ਕਿਸੇ ਨੇ ਹਿੱਕ ਦੇ ਉੱਤੇ ਚੀਰਾ ਦਿੱਤਾ ਹੋਵੇ। ਸਰੀਰ ਦਾ ਇੱਕ ਅੰਗ ਦੂਜੇ ਪਾਸੇ, ਇੱਕ ਅੰਗ ਦੂਜੇ ਪਾਸੇ। ਬਿਲਕੁਲ ਇਸੇ ਤਰ੍ਹਾਂ ਹੀ ਹੈ ਕਿ ਪੰਜਾਬ ਦੀ ਵੰਡ ਨੇ ਇਹਨਾਂ ਲੱਖਾਂ ਖਾਨਦਾਨਾਂ ਨੂੰ, ਇਹਨਾਂ ਘਰਾਂ ਨੂੰ, ਪਰਿਵਾਰਾਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੱਤਾ। ਇਸ ਪੰਜਾਬਾਂ ਦੀ ਧਰਤੀ ਦੇ ਉੱਤੇ ਜੋ ਜਫਰ ਜਾਲੇ ਗਏ, ਅੱਜ ਤੀਜੀ ਪੀੜ੍ਹੀ ਤੋਂ ਚੌਥੀ ਪੀੜ੍ਹੀ ਉਹਨਾਂ ਫੱਟਾਂ ਨੂੰ, ਉਹਨਾਂ ਜ਼ਖਮਾਂ ਨੂੰ ਲੈ ਕੇ ਆਪਣੇ ਅੰਦਰ ਤੇ ਆਪਣੀ ਉਸ ਕੂਕ ਦੇ ਰਾਹੀਂ ਬਾਹਰ ਕੱਢ ਰਹੀ ਆ। ਉਹੀ ਪਿਆਰ, ਉਹੀ ਸਤਿਕਾਰ, ਉਹੀ ਇੱਜ਼ਤ, ਉਹੀ ਮਾਣ, ਉਹੀ ਮੁਹੱਬਤ ਅੱਜ ਵੀ ਉਹਨਾਂ ਦਿਲਾਂ ਦੇ ਵਿੱਚ ਇੱਕ ਦਿਲ ਤੋਂ ਦੂਜੇ ਦਿਲ, ਜਿਵੇਂ ਸਾਨੂੰ ਸਾਡੇ ਵੱਡਿਆਂ ਦੇ ਕੋਲੋਂ ਉਹਨਾਂ ਦੇ ਦੇਸ਼ ਦੀਆਂ ਗੱਲਾਂ ਸੁਣ ਸੁਣ ਕੇ, ਜਿੱਥੇ ਉਹਨਾਂ ਨੇ ਅੱਖ ਖੋਲ੍ਹੀ, ਜਿੱਥੇ ਉਹ ਜੰਮੇ ਪਲੇ ਜਵਾਨ ਹੋਏ, ਫਿਰ ਉਹਨਾਂ ਦੀ ਅਗਲੀ ਨਸਲ, ਉਹਨਾਂ ਨੇ ਉਹ ਕਿਸੇ ਕਹਾਣੀਆਂ, ਉਹ ਗੱਲਾਂ, ਉਹ ਬਾਤਾਂ, ਉਹ ਸਾਰਾ ਕੁਝ ਸੁਣਿਆ। ਉਹਨਾਂ ਦੇ ਸੀਨਿਆਂ ਦੇ ਵਿੱਚ ਉਹ ਗੱਲਾਂ ਮਹਿਫੂਜ਼ ਹੋਈਆਂ। ਇਸੇ ਤਰ੍ਹਾਂ ਅੱਜ ਉਹ ਤੀਜੀ ਤੇ ਚੌਥੀ ਪੀੜ੍ਹੀ ਜਿਹੜੀ ਹੈ ਉਹ ਅੱਗੇ ਆਪਣੇ ਬੱਚਿਆਂ ਨੂੰ
ਉਹਨਾਂ ਗੱਲਾਂ ਨੂੰ ਟਰਾਂਸਫਰ ਕਰ ਰਹੀ ਹੈ ਆਪਣੇ ਬੱਚਿਆਂ ਦੇ ਕੋਲ। ਪੰਜਾਬ ਦੀ ਉਹ ਜਿਹੜੀ ਖਿੱਚ ਹੈ, ਉਹ ਜਿਹੜੀ ਕਸਕ ਹੈ, ਉਹ ਕਦੀ ਮਿਟ ਨਹੀਂ ਸਕਦੀ। ਪੰਜਾਬ ਦੇ ਪਾਣੀ ਦੀ ਤਾਸੀਰ ਹੀ ਐਸੀ ਹੈ ਕਿ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਹੋਵੇ, ਪੰਜਾਬੀ ਆਪਣੀ ਧਰਤੀ ਦੇ ਨਾਲ ਪਿਆਰ ਕਰਨ ਵਾਲਾ, ਆਪਣੀ ਧਰਤੀ ਦੇ ਨਾਲ ਜੁੜੇ ਰਹਿਣ ਵਾਲਾ ਔਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਬੋਲਣ ਵਾਲਾ, ਉਹਨੂੰ ਵਰਤਣ ਵਾਲਾ, ਉਹ ਇੱਕ ਪੰਜਾਬੀ ਹੀ ਹੁੰਦਾ ਹੈ। ਇਸੇ ਤਰ੍ਹਾਂ ਇਹ ਜਿਹੜੀਆਂ ਤਾਰਾਂ ਨੇ, ਇਹ ਉਹਨਾਂ ਫੱਟਾਂ ਦੀ ਯਾਦ ਦਿਲਾਉਂਦੀਆਂ ਕਿ ਹਜ਼ਾਰਾਂ ਪਰਿਵਾਰਾਂ ਨੇ ਆਪਣੀਆਂ ਇੱਜ਼ਤਾਂ ਕੁਰਬਾਨ ਕਰ ਦਿੱਤੀਆਂ, ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਹ ਇੱਕ ਸਮੇਂ ਦਾ ਇੱਕ ਐਸਾ ਡੰਗ ਸੀ ਜਿਹਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ, ਸਭ ਨੂੰ ਡੰਗਿਆ, ਸਭ ਨੇ ਫੱਟ ਖਾਧੇ, ਸਾਰਿਆਂ ਨੇ ਆਪਣੇ ਜੁੱਸੇ ਤੇ, ਆਪਣੇ ਪਿੰਡੇ ਤੇ ਉਹਨਾਂ ਫੱਟਾਂ ਨੂੰ ਹੰਡਾਇਆ। ਲੇਕਿਨ ਇਸ ਪੰਜਾਬ ਦੀ ਮੁਹੱਬਤ ਨੂੰ, ਇਸ ਪੰਜਾਬ ਦੇ ਪਿਆਰ ਨੂੰ ਕੋਈ ਵੀ ਘੱਟ ਨਹੀਂ ਕਰ ਸਕਿਆ। ਇਹ ਹੈ ਮੇਰੀ ਸੋਹਣੀ ਧਰਤੀ, ਇਹ ਹੈ ਮੇਰਾ ਸੋਹਣਾ ਪੰਜਾਬ। ਇਹ ਬਾੜਾ ਦੇਖ ਕੇ ਦਿਲ ਜਿਹੜਾ ਹੈ ਉਹ ਖੂਨ ਦੇ ਹੰਝੂ ਰੋਂਦਾ ਹੈ। ਉਹ ਕਿਉਂ ਖੂਨ ਦੇ ਹੰਝੂ ਰੋਂਦਾ ਹੈ ਕਿ ਸਾਡੇ ਰੱਬ ਨੇ, ਜਿਹਨੇ ਪੂਰੀ ਕਾਇਨਾਤ ਬਣਾਈ, ਜਿਹੜਾ ਕਿ तमाम ਕਾਇਨਾਤਾਂ ਦਾ ਮਾਲਕ ਆ, ਉਹਨੇ ਇਨਸਾਨ ਵਾਸਤੇ ਕੋਈ ਹੱਦ ਮੁਕਰਰ ਕੀਤੀ। ਉਹਨੇ ਇਨਸਾਨ ਵਾਸਤੇ ਕਿਸੇ ਕਿਸਮ ਦੀ ਕੋਈ ਹੱਦ ਮੁਕਰਰ ਨਹੀਂ ਕੀਤੀ, ਨਾ ਹੀ ਉਹਨੇ ਕਿਸੇ ਕਿਸਮ ਦਾ ਕੋਈ ਬਾਰਡਰ ਬਣਾਇਆ ਇਨਸਾਨ ਵਾਸਤੇ। ਕਿਉਂ? ਕਿਉਂਕਿ ਇਨਸਾਨ ਨੂੰ ਆਜ਼ਾਦ ਪੈਦਾ ਕੀਤਾ ਗਿਆ ਹੈ, ਇਨਸਾਨ ਗੁਲਾਮ ਨਹੀਂ ਹੈ। ਲੇਕਿਨ ਇਹਨਾਂ ਸਰਕਾਰਾਂ ਨੇ ਇਹਨਾਂ ਬਾੜਾਂ ਨੂੰ ਲਾ ਕੇ ਇਹ ਸਾਬਤ ਕਰ ਦਿੱਤਾ ਕਿ ਨਹੀਂ, ਇਨਸਾਨ ਗੁਲਾਮ ਹੈ ਜਾਂ ਇਨਸਾਨ ਦੇ ਉੱਤੇ ਜ਼ੋਰ ਜ਼ਬਰਦਸਤੀ ਕੀਤੀ ਜਾ ਸਕਦੀ। ਕਿਉਂਕਿ ਮੇਰੇ ਕੁਦਰਤ ਦਾ, ਮੇਰੇ ਰੱਬ ਦਾ ਇਹ ਕਾਨੂੰਨ ਨਹੀਂ। ਅਗਰ ਉਹਦਾ ਇਹ ਕਾਨੂੰਨ ਹੁੰਦਾ ਤੇ ਇਹਨਾਂ ਬਾੜਾਂ ਦੇ ਨਾਲ ਉਧਰ ਦੀ ਹਵਾ ਉਧਰ ਰਹਿੰਦੀ, ਇੱਧਰ ਦੀ ਹਵਾ ਇੱਧਰ ਰਹਿੰਦੀ। ਹਵਾਵਾਂ ਆਉਂਦੀਆਂ ਨੇ, ਹਵਾਵਾਂ ਜਾਂਦੀਆਂ ਨੇ, ਮੌਸਮ ਬਦਲਦਾ, ਮੌਸਮਾਂ ਦੇ ਅਸਰਾਤ ਇੱਕ ਦੂਜੇ ਵੱਲੇ ਜਾਂਦੇ ਨੇ। ਮੀਂਹ ਪੈਂਦਾ ਹੈ, ਮੀਂਹ ਨੇ ਕਦੀ ਵੀ ਇਹ ਗੱਲ ਨਹੀਂ ਕੀਤੀ ਕਿ ਜੀ ਮੈਂ ਇੱਧਰ ਨੂੰ ਛੱਡ ਕੇ, ਇਸ ਪਾਸੇ ਨੂੰ ਛੱਡ ਕੇ ਤੇ ਮੈਂ ਉੱਧਰ ਹੀ ਵਰਾਂਗਾ। ਨਹੀਂ, ਕੁਦਰਤ ਵੱਲੋਂ ਕਿਸੇ ਕਿਸਮ ਦੀ ਕੋਈ ਤਕਸੀਮ ਨਹੀਂ ਹੈ। ਇਹ ਤਕਸੀਮ ਦੇਖ ਕੇ, ਇਹਨਾਂ ਬਾੜਾਂ ਨੂੰ ਦੇਖ ਕੇ, ਇਹਨਾਂ ਕੰਡਿਆਂ ਨੂੰ, ਇਹਨਾਂ ਤਾਰਾਂ ਨੂੰ ਵੇਖ ਕੇ ਸਾਡੇ ਪੰਜਾਬ ਦੀਆਂ ਉਹ ਰਸਮਾਂ, ਉਹ ਰਿਵਾਜ, ਉਹ ਖੇਡਾਂ, ਉਹ ਰੈਤਲ ਬੈਤਲ, ਸਾਰਾ ਕੁਝ ਉਹਨੂੰ ਨਹੀਂ ਵੰਡਿਆ ਜਾ ਸਕਦਾ। ਪੰਜਾਬੀ ਨੂੰ ਵੱਖ ਤੇ ਕੀਤਾ ਗਿਆ ਹੈ, ਲੇਕਿਨ ਪੰਜਾਬੀ ਨੂੰ ਵੰਡਿਆ ਨਹੀਂ ਗਿਆ। ਸਾਨੂੰ ਆਪਣੇ ਬਜ਼ੁਰਗਾਂ ਦੀ ਗੱਲ ਅੱਜ ਵੀ ਯਾਦ ਹੈ ਔਰ ਅਕਸਰ ਇੱਕ ਪਿੰਡ ਪੰਜਾਬ ਦਾ ਚੈਨਲ ਦੇ ਰਾਹੀਂ ਤੁਸੀਂ ਅਨੇਕ ਬਜ਼ੁਰਗਾਂ ਦੇ ਵਿਚਾਰ ਸੁਣੇ ਆ ਔਰ ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹੀ ਆ ਕਿ ਵੱਖ ਤੋਂ ਵੱਖ ਔਰ ਮੁਖਤਲਫ ਇਲਾਕਿਆਂ ਦੇ ਵਿੱਚ ਜਾ ਕੇ ਅਸੀਂ ਮੁਖਤਲਫ ਬਜ਼ੁਰਗਾਂ ਦੇ ਉਹਨਾਂ ਵਿਚਾਰਾਂ ਨੂੰ, ਉਹਨਾਂ ਗੱਲਾਂ ਬਾਤਾਂ ਨੂੰ, ਉਹਨਾਂ ਦੇ ਕਿੱਸੇ ਕਹਾਣੀਆਂ ਨੂੰ ਤੁਹਾਡੇ ਨਾਲ ਅਸੀਂ ਸ਼ੇਅਰ ਕੀਤਾ। ਇਸ ਕਰਕੇ ਕਿ ਸਾਡੇ ਚੈਨਲ ਦੀ ਔਰ ਸਾਡੀ ਆਪਣੀ ਇੱਕ ਕੋਸ਼ਿਸ਼ ਹੈ ਕਿ ਸਾਡੇ ਪੰਜਾਬ ਦੀਆਂ ਉਹ ਗੱਲਾਂ, ਉਹ ਬਾਤਾਂ, ਉਹ ਰਸਮਾਂ, ਉਹ ਰਿਵਾਜ ਜੋ ਕਿ ਸਾਡੇ ਬਜ਼ੁਰਗਾਂ ਨੇ ਇਕੱਠਿਆਂ ਇੱਕ ਦੂਜੇ ਦੇ ਨਾਲ ਉਹ ਸਮਾਂ ਬਤੀਤ ਕੀਤਾ ਹੈ, ਉਹ ਕਦੀ ਭੁੱਲ ਨਾ ਜਾਈਏ। ਅਸੀਂ ਆਪਣੀ ਮਿੱਟੀ ਦੇ ਨਾਲ ਜੁੜ ਕੇ ਰਹਿਣਾ ਹੈ। ਅੱਜ ਵੀ ਯਾਦ ਆਉਂਦਾ ਹੈ, ਸਾਡੇ ਬਜ਼ੁਰਗ ਦੱਸਦੇ ਹੁੰਦੇ ਨੇ ਕਿ ਪਿੰਡ ਦੇ ਵਿੱਚ ਕਦੀ ਵਿਆਹ ਹੁੰਦਾ ਸੀ ਤੇ ਕੋਈ ਵੀ ਪਰਿਵਾਰ ਹੈ, ਕਦੀ ਵੀ ਨਹੀਂ ਸੀ ਇਹ ਦੇਖਿਆ ਜਾਂਦਾ ਕਿ ਇਹ ਪਰਿਵਾਰ ਜਿਹੜਾ ਹੈ ਇਹਦਾ ਮਜ਼ਹਬ ਕੀ ਹੈ ਜਾਂ ਇਹਦੀ ਕੌਮ ਕੀ ਹੈ। ਨਾ, ਪਿੰਡ ਦੀ ਧੀ ਪੂਰੇ ਪਿੰਡ ਦੀ ਧੀ ਹੁੰਦੀ ਸੀ। ਕਿਸੇ ਘਰ ਦੀ ਧੀ, ਇੱਕ ਘਰ ਦੀ ਧੀ, ਉਹ ਪੂਰੇ ਪਿੰਡ ਦੀ ਧੀ ਹੁੰਦੀ ਸੀ। ਅਗਰ ਸ਼ਾਦੀ ਵਿਆਹ ਦਾ ਕੋਈ ਵੀ ਸਮਾਂ ਹੁੰਦਾ ਸੀ ਤੇ ਹਰ ਬੰਦਾ ਇੰਜ ਨਾਲ ਮੋਢਾ ਲਾ ਕੇ ਖੜਾ ਹੁੰਦਾ ਸੀ। ਇਸੇ ਤਰ੍ਹਾਂ ਹੀ ਪੰਜਾਬ ਦੀ ਜੋ ਵਰਤੋਂ ਹੈ, ਇਹਦੇ ਵਿੱਚ ਜੋ ਇੱਕ ਪਿਆਰ ਮੁਹੱਬਤ ਦਾ ਇੱਕ ਅੰਸਰ ਪਾਇਆ ਜਾਂਦਾ ਹੈ, ਉਹਦਾ ਵੀ ਇੱਕ ਆਪਣਾ ਮੁਕਾਮ ਹੈ, ਉਹਦੀ ਵੀ ਇੱਕ ਆਪਣੀ ਖਾਸੀਅਤ ਹੈ।
ਸਾਡੇ ਪੰਜਾਬ ਦੇ ਵਿੱਚ ਅੱਜ ਵੀ ਜੋ ਕਿ ਇਹ ਰਿਵਾਜ ਥੋੜਾ ਘਟ ਗਿਆ ਹੈ, ਸਾਨੂੰ ਇਸ ਰਿਵਾਜ ਨੂੰ ਉਭਾਰਨ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ। ਲੇਕਿਨ ਮੈਂ ਦੱਸਦਾ ਜਾਵਾਂ ਕਿ ਪੰਜਾਬ ਦੇ ਰਸਮੋ ਰਿਵਾਜਾਂ ਦੇ ਵਿੱਚ ਔਰ ਪੰਜਾਬ ਦੇ ਖਾਸ ਤੌਰ ਦੇ ਵਿੱਚ ਕਿ ਪੰਜਾਬ ਦੇ ਜੋ ਲੋਕ ਨੇ ਇੱਕ ਦੂਸਰੇ ਦੇ ਨਾਲ ਕਿੱਦਾਂ ਆਪਣਾ ਪਿਆਰ ਵਧਾਉਂਦੇ ਨੇ ਜਾਂ ਇੱਕ ਦੂਜੇ ਦੇ ਨਾਲ ਕਿਵੇਂ ਖੜੇ ਹੋ ਜਾਂਦੇ ਨੇ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਆ। ਸਾਡੇ ਪੰਜਾਬ ਦੀ ਜੋ ਹਿਸਟਰੀ ਹੈ, ਜੋ ਤਾਰੀਖ ਹੈ, ਜੋ ਇਹਦਾ ਇਤਿਹਾਸ ਹੈ, ਉਹ ਕਈ ਸਦੀਆਂ ਤੇ ਮੁਸ਼ਤਮਿਲ ਹੈ। ਸਾਡਾ ਸੱਭਿਆਚਾਰ, ਸਾਡੀ ਵਰਤੋਂ, ਸਾਡੀ ਰਹਿਤਲ ਵਹਿਤਲ, ਇਹ ਬਹੁਤ ਸ਼ਾਨਦਾਰ ਹਿਸਟਰੀ ਹੈ ਇਹਦੀ ਇੱਕ। ਉਹ ਬੜੇ ਯੋਧੇ, ਬੜੇ ਸੂਰਮੇ, ਬੜੇ ਮਕਾਮ ਨੇ ਉਹਨਾਂ ਦੇ। ਇਹ ਸੂਫੀਆਂ ਦੀ ਧਰਤੀ, ਇਹ ਪੀਰਾਂ ਫਕੀਰਾਂ ਦੀ ਧਰਤੀ, ਇਹ ਪਹਿਲਵਾਨਾਂ ਦੀ ਧਰਤੀ, ਇਹ ਐਸੇ ਯੋਧਿਆਂ ਦੀ ਧਰਤੀ ਜਿਨ੍ਹਾਂ ਨੇ ਮਾਜ਼ੀ ਦੇ ਵਿੱਚ ਐਸੇ ਕੰਮ ਕੀਤੇ ਕਿ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਏਗਾ। ਇੱਕ ਪਿੰਡ ਪੰਜਾਬ ਦਾ ਚੈਨਲ ਦੇ ਰਾਹੀਂ ਤੁਸੀਂ ਅਨੇਕ ਬਜ਼ੁਰਗਾਂ ਦੇ ਵਿਚਾਰ ਸੁਣੇ ਔਰ ਅਸੀਂ ਜਾ ਕੇ ਮੁਖਤਲਫ ਜਗ੍ਹਾ ਦੇ ਉੱਤੇ ਔਰ ਪਾਕਿਸਤਾਨ ਦੇ ਮੁਖਤਲਫ ਇਲਾਕਿਆਂ ਦੇ ਵਿੱਚ ਜਾ ਕੇ ਅਸੀਂ ਉਹਨਾਂ ਬਜ਼ੁਰਗਾਂ ਦੇ ਵਿਚਾਰਾਂ ਨੂੰ ਮਤਲਬ ਇਕੱਠਿਆਂ ਕਰਕੇ ਤੁਹਾਡੇ ਤੱਕ ਪੜਾਇਆ।